ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਮੈਂ ਇੱਕ ਸੀਰੀਜ਼ ਲੈ ਕੇ ਆਇਆ ਕਿਹੜੀ ਕੰਪਿਊਟਰ ਦੀ। ਇਹਦੀ 3 ਵੀਡੀਓਜ਼ ਹੋ ਚੁੱਕੀਆਂ ਨੇ। ਅੱਜ ਜੋ ਹੈ ਇਹਦਾ ਪਾਰਟ 4 ਰਹਿਣ ਵਾਲਾ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸਪੈਸ਼ਲੀ ਇਹ ਕਿਹੜੇ-ਕਿਹੜੇ ਪੇਪਰ ਦੇ ਲਈ ਹੈ? ਪੰਜਾਬ ਪੁਲਿਸ ਦੇ ਕਾਂਸਟੇਬਲ ਲਈ, ਪਟਵਾਰੀ ਲਈ, ਸਬ ਇੰਸਪੈਕਟਰ ਦੇ ਲਈ ਤੇ ਹੋਰ ਪੰਜਾਬ ਪੁਲਿਸ ਦੇ ਜਾਂ ਪੰਜਾਬ ਦੇ PSSB ਜਾਂ PPSC ਜਿਹੜੇ ਵੀ ਕੰਡਕਟ ਕਰਾਊਗਾ ਪੇਪਰ, ਉਹਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ। ਸਭ ਤੋਂ ਪਹਿਲਾਂ ਆਪਾਂ ਮੇਨ ਜੋ ਫੋਕਸ ਰੱਖ ਰਹੇ ਹਾਂ ਇਹਨਾਂ ਪੇਪਰ ਦੇ ਉੱਤੇ ਰੱਖ ਰਿਹਾ। ਇਹ ਸਾਰੀ ਸੀਰੀਜ਼ ਦੇ ਵਿੱਚ ਸਾਰੇ ਦੇ ਸਾਰੇ ਥਿਊਰੀ ਲੈਕਚਰ ਤੁਹਾਨੂੰ ਮਿਲਣਗੇ। ਸੋ ਇਹਨੂੰ ਛੇਤੀ ਤੋਂ ਛੇਤੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ। ਅੱਜ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ। ਇਹਦੇ ਬਾਰੇ ਤੁਹਾਨੂੰ ਬਹੁਤ ਘੱਟ ਵੀਡੀਓ ਲੈਕਚਰ ਮਿਲਣਗੇ, ਠੀਕ ਹੈ? ਕਿਉਂਕਿ ਨੋ ਡਾਊਟ ਪੇਪਰ 'ਚ ਬਹੁਤ ਘੱਟ ਆਉਂਦਾ, ਬਟ ਇੰਪੋਰਟੈਂਟ ਹੈ। ਸੋ ਜੋ ਅੱਜ ਸਟਾਰਟ ਕਰ ਰਹੇ ਆਪਾਂ, ਉਹ ਆਪਣੇ ਕੋਲੇ ਕੀ ਹੈ? ਕਲਾਸੀਫਿਕੇਸ਼ਨਸ ਆਫ ਕੰਪਿਊਟਰ ਦੀ। ਕੰਪਿਊਟਰ ਨੂੰ ਕਲਾਸੀਫਾਈਡ ਕਰਨਾ। ਕਲਾਸੀਫਾਈਡ ਦਾ ਮਤਲਬ ਹੁੰਦਾ ਹੈ ਵੰਡਣਾ। ਜਿਵੇਂ ਇੱਕ ਕਲਾਸ ਦੇ ਵਿੱਚ 50 ਬੱਚੇ ਨੇ, ਉਹਨੂੰ ਕਲਾਸੀਫਾਈ ਕਰਨਾ। ਜੇ ਮੈਂ ਕਹਾ ਉਹਨੂੰ ਉਮਰ ਦੇ ਹਿਸਾਬ ਨਾਲ ਕਰੋ ਤਾਂ ਕੁਝ ਬੱਚੇ ਇੱਧਰ ਹੋ ਜਾਣਗੇ, ਕੁਝ ਬੱਚੇ ਇੱਧਰ ਹੋ ਜਾਣਗੇ ਉਮਰ ਦੇ ਹਿਸਾਬ ਨਾਲ। ਜੇ ਮੈਂ ਭਾਰ ਦੇ ਹਿਸਾਬ ਨਾਲ ਕਰੂੰਗਾ ਫਿਰ ਕੁਝ ਬੱਚੇ ਵੰਡੇ ਜਾਣਗੇ। ਤਾਂ ਐਵੇਂ ਅਲੱਗ-ਅਲੱਗ ਤਰੀਕੇ ਨਾਲ ਆਪਾਂ ਕਲਾਸੀਫਾਈ ਕਰਦੇ ਆ ਕੰਪਿਊਟਰਸ ਨੂੰ, ਠੀਕ ਹੈ? ਸੋ ਸਭ ਤੋਂ ਪਹਿਲਾਂ ਬੇਸਡ ਕਿਹਦੇ ਉੱਤੇ ਬੇਸਡ ਹੈ? ਪ੍ਰਾਈਸ, ਸਾਈਜ਼ ਜਾਂ ਕੈਪੇਬਿਲਿਟੀ ਦੇ ਉੱਤੇ ਆਪਾਂ ਜਦੋਂ ਕਲਾਸੀਫਾਈ ਕਰਦੇ ਹਾਂ। ਮੈਂ ਹੁਣ ਤੁਹਾਨੂੰ ਦੱਸਿਆ ਨਾ, ਜੇ ਕਲਾਸ ਦੇ ਵਿੱਚ ਕੋਈ 50 ਬੱਚੇ ਨੇ ਤਾਂ ਜੇ ਮੈਂ ਕਹਾ ਭਾਰ ਦੇ ਹਿਸਾਬ ਨਾਲ ਬੱਚੇ 50 ਹੀ ਨੇ, ਉਹ ਹੋਰ ਤਰੀਕੇ ਨਾਲ ਡਿਵਾਈਡ ਹੋਣਗੇ। ਜੇ ਮੈਂ ਕਹਾ ਏਜ ਦੇ ਹਿਸਾਬ ਨਾਲ, ਉਮਰ ਦੇ ਹਿਸਾਬ ਨਾਲ, ਫਿਰ ਉਹ ਹੋਰ ਤਰੀਕੇ ਨਾਲ ਡਿਵਾਈਡ ਹੋਣਗੇ। ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਆਂਦਾ ਹੈ? ਪ੍ਰਾਈਸ, ਸਾਈਜ਼ ਜਾਂ ਕੈਪੇਬਿਲਿਟੀ ਦੇ ਹਿਸਾਬ ਨਾਲ ਜਦੋਂ ਆਪਾਂ ਨੇ ਬੱਚਿਆਂ ਨੂੰ ਕਲਾਸੀਫਾਈ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 4 ਪ੍ਰਕਾਰ ਦੇ ਹੁੰਦੇ ਨੇ। ਕਿਹੜੇ-ਕਿਹੜੇ ਹੁੰਦੇ ਨੇ? ਇੱਕ ਤਾਂ ਮਿਨੀ ਕੰਪਿਊਟਰ, ਇੱਕ ਮਾਈਕਰੋ ਕੰਪਿਊਟਰ, ਇੱਕ ਮੇਨ ਫਰੇਮ ਕੰਪਿਊਟਰ ਤੇ ਲਾਸਟ ਹੁੰਦਾ ਹੈ ਸੁਪਰ ਕੰਪਿਊਟਰ। ਇਹਨਾਂ ਸਾਰਿਆਂ ਬਾਰੇ ਅੱਜ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਕਿਹਦੇ ਬੇਸ ਦੇ ਉੱਤੇ ਨੇ? ਤਾਂ ਕਿਹਦੇ ਬੇਸ ਦੇ ਉੱਤੇ? ਪ੍ਰਾਈਸ, ਸਾਈਜ਼ ਤੇ ਕੈਪੇਬਿਲਿਟੀ ਦੇ ਉੱਤੇ ਨੇ, ਠੀਕ ਹੈ ਜੀ? ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਹੈ? ਮਾਈਕਰੋ ਕੰਪਿਊਟਰ। ਇਹ ਕੀ ਹੁੰਦੇ ਨੇ? ਦੇ ਆਰ ਸਮਾਲ, ਲੋ ਕੋਸਟ ਤੇ ਸਿੰਗਲ ਯੂਜ਼ਰ ਡਿਜੀਟਲ ਕੰਪਿਊਟਰ। ਕੁੱਲ ਮਿਲਾ ਕੇ ਮਾਈਕਰੋ ਕੰਪਿਊਟਰ ਉਹ ਹੁੰਦੇ ਨੇ ਜੋ ਤੁਸੀਂ ਯੂਜ਼ ਕਰਦੇ ਹੋ, ਜਾਂ ਮੈਂ ਲੈਪਟਾਪ ਯੂਜ਼ ਕਰ ਰਿਹਾ, ਜਾਂ ਤੁਸੀਂ ਮੋਬਾਈਲ ਯੂਜ਼ ਕਰਦੇ ਹੋ, ਜਾਂ ਆਹ ਦੇਖੋ ਆਹ ਸਾਰੇ ਕੀ ਨੇ ਆਪਣੇ ਕੋਲੇ? ਸਿੰਗਲ ਯੂਜ਼ਰ। ਸਿੰਗਲ ਯੂਜ਼ਰ ਦਾ ਮਤਲਬ ਕੀ ਹੈ? ਇਹਨੂੰ ਸਿਰਫ ਇੱਕ ਬੰਦਾ ਹੀ ਚਲਾਉਂਦਾ ਹੈ ਤੇ ਇੱਕ ਬੰਦੇ ਦੀ ਜ਼ਿਆਦਾਤਰ ਇਹ ਕੰਮ ਆਉਂਦੇ ਨੇ, ਤਾਂ ਕਰਕੇ ਇਹ ਸਿੰਗਲ ਯੂਜ਼ਰ ਨੇ। ਸਮਾਲ ਨੇ, ਛੋਟੇ ਹੁੰਦੇ ਨੇ। ਲੋ ਕਾਸਟ ਹੁੰਦੇ ਨੇ, ਇਹਨਾਂ ਦੀ ਜਿਹੜੀ ਮੁੱਲ ਹੈ ਉਹ ਘੱਟ ਹੁੰਦਾ, ਠੀਕ ਹੈ? ਦੇ ਕੰਸਿਸਟ, ਇਹਨਾਂ ਵਿੱਚ ਮੇਨਲੀ ਕੀ ਹੁੰਦਾ? CPU ਹੁੰਦਾ, ਪ੍ਰੋਸੈਸਰ ਹੁੰਦਾ, ਇਨਪੁਟ ਯੂਨਿਟ ਹੁੰਦੀ ਹੈ, ਆਊਟਪੁੱਟ ਯੂਨਿਟ ਹੁੰਦੀ ਹੈ, ਸਟੋਰੇਜ ਯੂਨਿਟ ਹੁੰਦੀ ਹੈ ਤੇ ਸੌਫਟਵੇਅਰ ਲੱਗੇ ਹੁੰਦੇ ਨੇ। ਸਾਰਾ ਕੁਝ ਤੁਹਾਡੇ ਕੰਪਿਊਟਰ ਦੇ ਵਿੱਚ ਹੁੰਦਾ ਹੈ। ਮਾਈਕਰੋ ਕੰਪਿਊਟਰ ਦੀ ਹੀ ਇੱਕ ਟਾਈਪ ਹੈ PC ਜਾਂ ਪਰਸਨਲ ਕੰਪਿਊਟਰ, ਜੋ ਤੁਸੀਂ ਯੂਜ਼ ਕਰਦੇ ਹੋ, ਠੀਕ ਹੈ? IBM PC ਬੇਸਡ Pentium microprocessor and Apple Macintosh are the example of ਮਾਈਕਰੋ ਕੰਪਿਊਟਰ। ਮਾਈਕਰੋ ਕੰਪਿਊਟਰ ਦੀ ਉਦਾਹਰਨਾਂ ਕਿਹੜੀਆਂ ਨੇ? ਜਿਵੇਂ IBM ਦੇ PC ਆਏ ਸੀ, ਉਹ ਐਪਲ ਦਾ ਮੈਕਬੁੱਕ ਆਇਆ, ਜਾਂ ਮੈਕ ਜੋ ਪ੍ਰੋਸੈਸਰ ਹੈ ਉਹ ਆਇਆ। ਉਹ ਸਾਰੇ ਕੀ ਨੇ ਆਪਣੇ ਕੋਲੇ? ਮਾਈਕਰੋ ਕੰਪਿਊਟਰ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ। ਇਹ ਤੋਂ ਇਲਾਵਾ ਇਹਦੇ ਵਿੱਚ ਕਿਹਦਾ? ਡੈਸਕਟਾਪ ਕੰਪਿਊਟਰ। ਡੈਸਕਟਾਪ ਕੰਪਿਊਟਰ ਕਿਹੜਾ ਹੁੰਦਾ? ਜਿਹੜਾ ਤੁਸੀਂ ਡੈਸਕ ਦੇ ਉੱਤੇ ਰੱਖ ਕੇ ਕੰਮ ਕਰਦੇ ਹੋ। ਨੋਟਬੁੱਕ, ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਨੋਟਬੁੱਕ ਚੱਲਦੀਆਂ ਨੇ ਉਹ। ਲੈਪਟਾਪ ਜਿਹੜਾ ਟੈਬਲੇਟ ਹੁੰਦਾ, ਟੈਬ ਕਹਿੰਦੇ ਜਿਹਨੂੰ ਆਪਾਂ, ਉਹ ਹੈਂਡ ਹੈਲਡ ਕੰਪਿਊਟਰ। ਹੈਂਡ ਹੈਲਡ ਕੰਪਿਊਟਰ ਮਤਲਬ ਕੀ ਹੋਗਾ? ਜਿਵੇਂ ਕੋਈ ਸਮਾਰਟ ਵਾਚ ਹੈ, ਉਹ ਵੀ ਇੱਕ ਤਰੀਕੇ ਦਾ ਕੰਪਿਊਟਰ ਹੈ, ਉਹ ਮਾਈਕਰੋ ਕੰਪਿਊਟਰ ਦੇ ਵਿੱਚ ਆ ਗਈ। ਜਾਂ ਜਿਹੜੇ ਮੋਬਾਈਲ ਫੋਨਸ ਆ ਗਏ, ਸਮਾਰਟਫੋਨ ਆ ਗਏ, ਨੈਟਬੁੱਕ ਆ ਗਈ, ਇਹ ਸਾਰੇ ਜੋ ਵੀ ਤੁਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਰਹੇ ਹੋ, ਸਾਰੇ ਕੀ ਨੇ ਆਪਣੇ ਕੋਲੇ? ਮਾਈਕਰੋ ਕੰਪਿਊਟਰ ਦੀਆਂ ਉਦਾਹਰਨਾਂ ਨੇ, ਠੀਕ ਹੈ ਜੀ? ਅੱਗੇ ਆਪਣੇ ਕੋਲੇ ਆਂਦਾ ਜੀ ਮਿਨੀ ਕੰਪਿਊਟਰ। ਦੇਖੋ ਇਹ ਤੁਸੀਂ ਜ਼ਿਆਦਾਤਰ ਯੂਜ਼ ਨਹੀਂ ਕਰਦੇ। ਇਹ ਕਿੱਥੇ ਯੂਜ਼ ਹੁੰਦਾ ਜੀ? ਮਿਨੀ ਕੰਪਿਊਟਰ, ਡਿਜੀਟਲ ਕੰਪਿਊਟਰ। ਇਹ ਕੀ ਨੇ? ਇੱਕ ਡਿਜੀਟਲ ਕੰਪਿਊਟਰ ਨੇ। ਅੱਗੇ ਜਾ ਕੇ ਕਰਾਉਂਗਾ ਮੈਂ ਡਿਜੀਟਲ ਕੰਪਿਊਟਰ ਕੀ ਹੁੰਦੇ ਨੇ। ਜਨਰਲੀ ਯੂਜ਼ਡ ਇਨ ਮਲਟੀ ਯੂਜ਼ਰ ਸਿਸਟਮ। ਉੱਥੇ ਕਿਸੇ ਸਿੰਗਲ ਯੂਜ਼ਰ ਮਤਲਬ ਕੀ ਹੈ? ਸਿਰਫ ਇੱਕ ਯੂਜ਼ਰ ਯੂਜ਼ ਕਰਦਾ ਸੀ, ਪਰ ਇਹਨੂੰ ਕੀ ਕਰਦੇ ਨੇ? ਇੱਕ ਤੋਂ ਜ਼ਿਆਦਾ ਯੂਜ਼ਰ ਕੀ ਕਰਦੇ ਨੇ? ਯੂਜ਼ ਕਰਦੇ ਨੇ। ਦੇਖੋ ਇਹ ਇਹੋ ਜਿਹਾ ਹੁੰਦਾ, ਇਹ ਜ਼ਿਆਦਾਤਰ ਕੰਪਨੀ ਵਗੈਰਾ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਜਾਂ ਵੱਡੇ ਵੱਡੇ ਜੋ ਆਪਣੇ ਕੋਲ ਇੰਡਸਟਰੀ ਨੇ ਉਹਦੇ ਵਿੱਚ ਲੱਗਿਆ ਹੁੰਦਾ। ਆਮ ਘਰਾਂ ਦੇ ਵਿੱਚ ਇਹ ਨਹੀਂ ਹੁੰਦਾ। ਦੇ ਹੈਵ ਹਾਈ ਪ੍ਰੋਸੈਸਿੰਗ ਸਪੀਡ। ਇਹਨਾਂ ਦੀ ਸਪੀਡ ਕੀ ਹੁੰਦੀ ਹੈ? ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਕਰਕੇ ਹੀ ਇਹ ਕੰਮ ਆਉਂਦੇ ਨੇ। ਜਿੱਥੇ ਆਪਾਂ ਨੂੰ ਜ਼ਿਆਦਾ ਸਪੀਡ ਦਾ ਕੰਮ ਚਾਹੀਦਾ, ਉੱਥੇ ਆਪਾਂ ਮਿਨੀ ਕੰਪਿਊਟਰ ਲਗਾਉਂਦੇ ਹਾਂ। ਐਂਡ ਹਾਈ ਸਟੋਰੇਜ ਕੈਪੈਸਿਟੀ। ਇਹਦੇ ਵਿੱਚ ਸਟੋਰੇਜ ਕੈਪੈਸਿਟੀ ਵੀ ਕੀ ਹੁੰਦੀ ਹੈ? ਬਹੁਤ ਜ਼ਿਆਦਾ ਹੁੰਦੀ ਹੈ ਮਾਈਕਰੋ ਕੰਪਿਊਟਰ ਦੇ ਨਾਲੋਂ, ਠੀਕ ਹੈ? ਜੇ ਮੈਂ ਸਟੋਰੇਜ ਦੀ ਗੱਲ ਕਰਾਂ ਤਾਂ ਆਪਣੇ ਕੋਲੇ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੁੰਦੀ ਹੈ? ਪੇਪਰ 'ਚ ਆਉਂਦਾ ਤਾਂ ਉਹ ਮਿਨੀ ਕੰਪਿਊਟਰ ਦੇ ਵਿੱਚ ਹੁੰਦੀ ਹੈ। ਮਿਨੀ ਕੰਪਿਊਟਰ ਇਜ਼ ਕਨਵਰਟਡ ਟੂ ਸੁਪਰ ਮਿਨੀ ਕੰਪਿਊਟਰ ਯੂਜ਼ਿੰਗ 80386 ਸੁਪਰ ਚਿਪ। ਪੇਪਰ 'ਚ ਕੁਐਸਚਨ ਆਇਆ ਹੋਇਆ ਹੈ ਕਿ ਮਿਨੀ ਕੰਪਿਊਟਰ ਦਾ ਮਤਲਬ ਜਿਹੜੀ ਸਪੀਡ ਜ਼ਿਆਦਾ ਹੈ ਤੇ ਹਾਈ ਸਟੋਰੇਜ ਹੈ।
ਸੁਪਰ ਮਿਨੀ ਕੰਪਿਊਟਰ ਦਾ ਮਤਲਬ ਕੀ ਹੋਗਾ, ਜਿਹਦੀ ਸਪੀਡ ਹੋਰ ਵੀ ਤੇਜ਼ ਹੋਗੀ ਤੇ ਸਟੋਰੇਜ ਹੋਰ ਵੀ ਜ਼ਿਆਦਾ ਹੋਗੀ, ਤਾਂ ਉਹ ਕੀ ਹੁੰਦਾ ਹੈ, ਸੁਪਰ ਚਿਪ ਲਗਾਉਣ ਨਾਲ, ਮਤਲਬ ਆਹ ਵਾਲੀ ਚਿਪ ਲਗਾਉਣ ਨਾਲ ਆਪਾਂ ਉਹਦੀ ਸਪੀਡ ਨੂੰ ਕੀ ਕਰ ਸਕਦੇ ਹਾਂ, ਇਨਹੈਂਸ ਕਰ ਸਕਦੇ ਹਾਂ। ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ, ਆਪਾਂ ਕੰਪਿਊਟਰ ਦੀ ਸਪੀਡ ਜੇ ਆਪਾਂ ਕੈਸ਼ੇ ਮੈਮਰੀ ਲਗਾ ਦਿੰਦੇ ਆ ਤਾਂ ਉਹਦੀ ਸਪੀਡ ਤੇਜ਼ ਹੋ ਜਾਂਦੀ ਹੈ। ਐਂ ਜੇ ਆਪਾਂ ਇਹ ਚਿਪ ਲਗਾ ਦਾਂਗੇ 8036386 ਚਿਪ ਦਾ ਨਾਮ ਹੈ, ਤਾਂ ਉਹਦੀ ਸਪੀਡ ਕੀ ਹੋ ਜਾਏਗੀ, ਬਹੁਤ ਜ਼ਿਆਦਾ ਤੇਜ਼ ਹੋ ਜਾਏਗੀ, ਜਿਹਦੇ ਕਰਕੇ ਆਪਾਂ ਉਹਨੂੰ ਕੀ ਕਹਾਂਗੇ, ਸੁਪਰ ਮਿਨੀ ਕੰਪਿਊਟਰ। ਮਿਨੀ ਕੰਪਿਊਟਰ ਕੈਨ ਸਪੋਰਟ 4 ਤੋਂ 200 ਯੂਜ਼ਰ। ਦੇਖੋ 4 ਯੂਜ਼ਰ ਤੋਂ ਲੈ ਕੇ 200 ਯੂਜ਼ਰ ਤੱਕ ਜਿਹੜਾ ਸਪੋਰਟ ਕਰ ਲੈਂਦਾ, ਮਤਲਬ ਇੱਕ ਇਸ ਨੂੰ, ਇਹ ਤਾਂ ਪੁਰਾਣੇ ਮਾਡਲ ਦਾ ਹੈ, ਜਿਹੜੇ ਨਵੇਂ ਆਏ ਨੇ ਉਹਨਾਂ ਦੇ ਵਿੱਚ 4 ਤੋਂ ਲੈ ਕੇ 200 ਜਿਹੜੇ ਬੰਦੇ ਨੇ ਉਹ ਕੰਮ ਕਰ ਸਕਦੇ ਨੇ ਇੱਕ ਟਾਈਮ ਦੇ ਉੱਤੇ। ਦੇ ਆਰ ਯੂਜ਼ਡ ਫॉर ਰੀਅਲ ਟਾਈਮ ਐਪਲੀਕੇਸ਼ਨ। ਰੀਅਲ ਟਾਈਮ ਐਪਲੀਕੇਸ਼ਨ ਮਤਲਬ ਕੀ ਹੈ, ਇੰਡਸਟਰੀ ਦੇ ਵਿੱਚ ਕੋਈ ਜਿਹੜਾ ਰੀਅਲ ਦੇ ਵਿੱਚ ਕੰਮ ਹੋ ਰਿਹਾ, ਜਿਵੇਂ ਕੱਪੜਾ, ਜਿਵੇਂ ਮੈਂ ਤੁਹਾਨੂੰ ਕਰਾਇਆ ਸੀਗਾ ਕਿ ਲੂਮ ਸੀਗਾ, ਠੀਕ ਹੈ, ਲੈਬਨੀਜ਼ ਵੀਲ, ਜਿਹੜਾ ਆਪਣੇ ਕੋਲੇ ਉਹ ਜੈਕਵਾਰਡ ਲੂਮ ਸੀਗਾ, ਉਹ ਰੀਅਲ ਟਾਈਮ ਕੰਮ ਕਰਦਾ ਸੀ, ਮਤਲਬ ਜੋ ਮਸ਼ੀਨ ਕੰਮ ਕਰਦੀ ਸੀ ਉਹ ਰੀਅਲ ਟਾਈਮ ਹੋ ਰਿਹਾ ਸੀਗਾ, ਕੋਈ ਕੱਪੜੇ ਉਹ ਜਿਹੜੀ ਰੂਮ ਸੀਗੀ ਉਹ ਪਿੰਚੀ ਜਾ ਰਹੀ ਸੀ, ਤਾਂ ਉਹ ਕੰਮਾਂ ਲਈ ਜਿਹੜਾ ਅਸਲ ਦੇ ਵਿੱਚ ਕੰਮ ਹੋ ਰਿਹਾ ਉਹਦੇ ਵਿੱਚ ਆਪਣੇ ਕੋਲੇ ਮਿਨੀ ਕੰਪਿਊਟਰ ਕੰਮ ਆਉਂਦੇ ਨੇ, ਠੀਕ ਹੈ। ਜਿਵੇਂ ਰਿਸਰਚ ਦੇ ਵਿੱਚ ਹੋ ਗਿਆ, ਇੰਡਸਟਰੀ ਦੇ ਵਿੱਚ ਹੋ ਗਿਆ। ਉਦਾਹਰਨ ਕੀ ਹੈ, PDP 11, IBM 8000 ਸੀਰੀਜ਼, ਜਾਂ ਇਹ ਕਿਤੇ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ। IBM ਜਿਹੜਾ 17 ਹੈ, ਇਹ ਵੀ ਕਿਹਦੀ ਉਦਾਹਰਨ ਹੈ, HP 9000, AS 400, ਇਹ ਸਾਰੇ ਕਿਹਦੀਆਂ ਉਦਾਹਰਨਾਂ ਨੇ, ਨਾਮ ਨੇ ਕਿਤੇ ਆਪਣੇ ਕੋਲੇ ਮਿਨੀ ਕੰਪਿਊਟਰਸ ਦੇ ਨਾਮ ਨੇ। ਪੇਪਰ ਚ ਆਂਦਾ ਸਭ ਤੋਂ ਜ਼ਿਆਦਾ ਸਪੀਡ ਕਿਹਦੀ ਹੁੰਦੀ ਹੈ, ਤਾਂ ਲਗਭਗ ਇਹਨਾਂ ਦੇ ਵਿੱਚ ਸੁਪਰ ਕੰਪਿਊਟਰ ਨੂੰ ਛੱਡ ਕੇ ਜੇ ਆਪਾਂ ਗੱਲ ਕਰੀਏ ਤਾਂ ਸੁਪਰ ਕੰਪਿਊਟਰ ਤੋਂ ਬਾਅਦ ਸਪੀਡ ਸਭ ਤੋਂ ਜ਼ਿਆਦਾ ਕਿਹਦੀ ਹੁੰਦੀ ਹੈ, ਮਿਨੀ ਕੰਪਿਊਟਰ ਦੀ। ਸਭ ਤੋਂ ਸਲੋ ਕਿਹਦੀ ਹੁੰਦੀ ਹੈ, ਮਾਈਕਰੋ ਕੰਪਿਊਟਰ ਦੀ, ਜਿਹੜਾ ਆਪਾਂ ਘਰਾਂ ਵਿੱਚ ਯੂਜ਼ ਕਰਦੇ ਆ। ਉਸ ਤੋਂ ਬਾਅਦ ਆਂਦਾ ਹੀ ਮੇਨ ਫਰੇਮ ਕੰਪਿਊਟਰ। ਇਹਦੀ ਖਾਸ ਗੱਲ ਕੀ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਸਟੋਰੇਜ ਹੁੰਦੀ ਹੈ। ਪੇਪਰ ਚ ਆਂਦਾ ਸਭ ਤੋਂ ਜ਼ਿਆਦਾ ਸਟੋਰੇਜ ਕਿਹਦੇ ਵਿੱਚ ਹੁੰਦੀ ਹੈ, ਤਾਂ ਮੇਨ ਫਰੇਮ ਕੰਪਿਊਟਰ ਚ ਹੁੰਦੀ ਹੈ। ਮਲਟੀ ਯੂਜ਼ਰ ਮਤਲਬ ਇੱਕ ਤੋਂ ਜ਼ਿਆਦਾ ਯੂਜ਼ਰ ਕੰਮ ਕਰਦੇ ਨੇ। ਮਲਟੀ ਪ੍ਰੋਗਰਾਮਿੰਗ, ਇਹਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਗਰਾਮਿੰਗ ਹੋਈ ਹੁੰਦੀ ਹੈ। ਐਂਡ ਹਾਈ ਪਰਫਾਰਮੈਂਸ ਕੰਪਿਊਟਰ, ਇਹਦੇ ਵਿੱਚ ਵੀ ਪਰਫਾਰਮੈਂਸ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਮਤਲਬ ਸਪੀਡ ਮਾਈਕਰੋ ਕੰਪਿਊਟਰ ਨਾਲੋਂ ਹਾਈ ਹੁੰਦੀ ਹੈ। ਇਹਦੇ ਵਿੱਚ ਪੇਪਰ ਚ ਆਂਦਾ ਸਭ ਤੋਂ ਸਲੋ ਕਿਹਦੀ ਹੈ, ਤਾਂ ਮਾਈਕਰੋ ਕੰਪਿਊਟਰ ਦੀ, ਜਿਹੜੇ ਆਪਾਂ ਘਰਾਂ 'ਚ ਯੂਜ਼ ਕਰਦੇ ਹਾਂ ਉਹਦੀ ਹੈ। ਦੇ ਆਪਰੇਟ ਐਟ ਵੈਰੀ ਹਾਈ ਸਪੀਡ, ਹੈਵੀ ਲਾਰਜ ਸਟੋਰੇਜ ਕਪੈਸਿਟੀ। ਆ ਦੇਖੋ ਇਹਦੇ ਵਿੱਚ ਮੇਨ ਇਹੀ ਹੈ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਸਟੋਰ ਕਰ ਸਕਦੇ ਆਪਾਂ। ਕੈਨ ਹੈਂਡਲ ਦਾ ਵਰਕਲੋਡ ਆਫ ਮੈਨੀ ਯੂਜ਼ਰਸ। ਮੈਨੀ ਯੂਜ਼ਰ ਦਾ ਮਤਲਬ ਕੀ ਹੈ, ਜਿਵੇਂ ਇੱਕ ਕੰਪਨੀ ਦਾ ਸਾਰਾ ਵਰਕਲੋਡ ਕਿਹਦੇ ਉੱਤੇ ਹੁੰਦਾ ਹੈ, ਮੇਨ ਫਰੇਮ ਕੰਪਿਊਟਰ ਦੇ ਉੱਤੇ ਹੁੰਦਾ ਹੈ। ਇਹਦੇ ਮੰਨ ਕੇ ਚਲੋ ਜਿਵੇਂ ਮੇਨ ਫਰੇਮ ਕੰਪਿਊਟਰ ਹੈ ਨਾ, ਤਾਂ ਸਾਰੀ ਕੰਪਨੀ ਦਾ ਜਿਹੜਾ ਡਾਟਾ ਪਿਆ ਉਹ ਇੱਥੇ ਪਿਆ, ਤਾਂ ਜਿਹੜੇ ਵੀ ਬੰਦੇ ਨੇ ਆਫਿਸ ਦੇ ਵਿੱਚੋਂ ਇਹਨੂੰ ਯੂਜ਼ ਕਰਨਾ ਤਾਂ ਉਹ ਇੱਥੇ ਆਨਲਾਈਨ ਹੀ ਯੂਜ਼ ਕਰ ਸਕਦਾ ਹੈ। ਇਹਦਾ ਮੇਨ ਕੰਮ ਹੁੰਦਾ ਡਾਟਾ ਸਟੋਰ ਕਰਨ ਦਾ। ਜੇ ਆਪਾਂ ਗੱਲ ਕਰੀਏ ਕਿ ਰੇਲਵੇ ਦਾ ਸਾਰਾ ਡਾਟਾ ਕਿਵੇਂ ਸਟੋਰ ਹੁੰਦਾ ਹੈ, ਤਾਂ ਉਹ ਮੇਨ ਫਰੇਮ ਕੰਪਿਊਟਰ। ਜੇ ਬੈਂਕਾਂ ਦਾ ਡਾਟਾ ਕਿੱਥੇ ਸਟੋਰ ਹੁੰਦਾ ਹੈ, ਮੇਨ ਫਰੇਮ ਕੰਪਿਊਟਰ ਦੇ ਵਿੱਚ। ਲਾਰਜ ਐਂਡ ਪਾਵਰਫੁਲ ਸਿਸਟਮ ਜਨਰਲੀ ਯੂਜ਼ਡ ਇਨ ਸੈਂਟਰਲਾਈਜ਼ਡ ਡਾਟਾਬੇਸ। ਸੈਂਟਰਲਾਈਜ਼ਡ ਡਾਟਾਬੇਸ ਦਾ ਮਤਲਬ ਕੀ ਹੈ, ਜਿੱਥੇ ਇੱਕ ਡਾਟਾ ਸਾਰੇ ਜਣੇ ਐਕਸੈਸ ਕਰ ਸਕਦੇ ਹੋਣ, ਉਹਨੂੰ ਆਪਾਂ ਕੀ ਕਹਿੰਦੇ ਆ, ਸੈਂਟਰਲਾਈਜ਼ਡ ਡਾਟਾਬੇਸ, ਠੀਕ ਹੈ। The user access the mainframe computer via terminal that may be dumb terminal or intelligent terminal of PC। ਦੇਖੋ dumb terminal ਤੇ active intelligent terminal ਜਾਂ active terminal ਹੁੰਦੇ ਨੇ, ਦੋ ਪ੍ਰਕਾਰ ਦੇ ਹੁੰਦੇ ਨੇ। ਪੇਪਰ 'ਚ ਕਦੇ ਕਦੇ ਆਉਂਦਾ dumb terminal ਕੀ ਹੁੰਦਾ, ਇਹ dumb terminal can not store data or process its own, it has the input and output device only। dumb terminal ਉਹ ਹੁੰਦਾ ਜਿਹਦੇ ਵਿੱਚ ਕੋਈ ਵੀ ਪ੍ਰਕਾਰ ਦੀ ਪ੍ਰੋਸੈਸਿੰਗ ਨਹੀਂ ਹੁੰਦੀ। ਜਿਵੇਂ ਕੀਬੋਰਡ ਹੈ, ਕੀਬੋਰਡ ਵਿੱਚ ਕੋਈ ਪ੍ਰੋਸੈਸਿੰਗ ਨਹੀਂ ਹੁੰਦੀ, ਤਾਂ ਕੀਬੋਰਡ ਕੀ ਹੈ, ਇੱਕ ਡੰਬ ਆਪਣੇ ਕੋਲੇ ਟਰਮੀਨਲ ਹੈ। ਪਰ ਜੇ ਮੈਂ CPU ਦੀ ਗੱਲ ਕਰਾਂ, CPU ਆਪਣੇ ਕੋਲੇ ਕੀ ਹੈ, ਇੱਕ ਐਕਟਿਵ ਟਰਮੀਨਲ ਹੈ, ਠੀਕ ਹੈ। ਐਕਟਿਵ ਜਾਂ ਇੰਟੈਲੀਜੈਂਟ, ਜਿਹਦੇ ਵਿੱਚ ਪ੍ਰੋਸੈਸਿੰਗ ਹੁੰਦੀ ਹੈ ਉਹ ਆਪਣੇ ਕੋਲੇ ਐਕਟਿਵ ਜਾਂ ਇੰਟੈਲੀਜੈਂਟ ਟਰਮੀਨਲ ਹੁੰਦਾ ਹੈ। ਜਿਹਦੇ ਵਿੱਚ ਪ੍ਰੋਸੈਸਿੰਗ ਨਹੀਂ ਹੁੰਦੀ ਉਹ ਆਪਣੇ ਕੋਲੇ ਡੰਬ ਟਰਮੀਨਲ। ਤਾਂ ਆਪਣੇ ਕੋਲੇ ਕੀਬੋਰਡ ਹੋ ਗਿਆ, ਮਾਊਸ ਹੋ ਗਿਆ, ਇਹ ਕੀ ਨੇ ਆਪਣੇ ਕੋਲੇ ਡੰਬ ਟਰਮੀਨਲ ਨੇ। ਇੰਟੈਲੀਜੈਂਟ ਟਰਮੀਨਲ ਕੀ ਹੁੰਦਾ, ਜਿਹਦੇ ਵਿੱਚ ਇਨਪੁਟ ਆਊਟਪੁੱਟ ਡਿਵਾਈਸ ਕੈਨ ਪ੍ਰੋਸੈਸਿੰਗ ਬਟ ਕੈਨ ਨਾਟ ਸਟੋਰ ਦਾ ਡਾਟਾ। ਜਿਹਦੇ ਵਿੱਚ ਪ੍ਰੋਸੈਸਿੰਗ ਹੋਵੇ ਪਰ ਸਟੋਰ ਨਾ ਹੋਵੇ ਡਾਟਾ। ਜਿਵੇਂ CPU ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਡਾਟਾ ਸਟੋਰ ਨਹੀਂ ਹੁੰਦਾ, ਸਟੋਰ ਕਰਨ ਲਈ ਆਪਾਂ ਮੈਮਰੀ ਨੂੰ ਯੂਜ਼ ਕਰਦੇ ਹਾਂ। ਤਾਂ ਆਪਣੇ ਕੋਲੇ ਕੀ ਹੈ, CPU ਕੀ ਹੈ, ਇੱਕ ਆਪਣੇ ਕੋਲੇ ਇੰਟੈਲੀਜੈਂਟ ਡਿਵਾਈਸ ਹੈ, ਠੀਕ ਹੈ, ਜਾਂ ਇੰਟੈਲੀਜੈਂਟ ਟਰਮੀਨਲ ਹੈ। The thumb and the intelligent terminal used for processing power and the storage facility, ਠੀਕ ਹੈ। ਇਹ ਆਪਣੇ ਕੋਲੇ ਪ੍ਰੋਸੈਸਿੰਗ ਲਈ ਯੂਜ਼ ਹੁੰਦੇ ਨੇ ਮੇਨ ਫਰੇਮ ਦੇ ਵਿੱਚ। ਮੇਨ ਫਰੇਮ ਕੰਪਿਊਟਰ ਆਰ ਯੂਜ਼ਡ ਇਨ ਆਰਗੇਨਾਈਜੇਸ਼ਨ ਲਾਈਕ ਬੈਂਕ ਦੇ ਵਿੱਚ, ਕੰਪਨੀ ਦੇ ਵਿੱਚ, ਜਿੱਥੇ ਬਹੁਤ ਸਾਰੇ ਜਣਾਂ ਦਾ ਡਾਟਾ ਕੀ ਹੋਵੇ, ਕੋਈ ਐਕਸੈਸ ਕਰ ਰਿਹਾ ਹੋਵੇ, ਮਤਲਬ ਕਈ ਜਾਣੇ ਕੁਝ ਡਾਟਾ ਐਕਸੈਸ ਕਰਦੇ ਹੋਣ, ਉੱਥੇ ਆਪਾਂ ਕੀ ਯੂਜ਼ ਕਰਦੇ ਆ, ਮੇਨ ਫਰੇਮ ਕੰਪਿਊਟਰ। ਉਦਾਹਰਨਾਂ ਕੀ ਨੇ, CDC 6600, IBM ES000, ਇਹ ਸਾਰੇ ਕੀ ਨੇ ਆਪਣੇ ਕੋਲੇ, ਠੀਕ ਹੈ। CDC 6600 ਨਹੀਂ ਹੈਗਾ, ਠੀਕ ਹੈ, CDC 6600 ਨਹੀਂ ਹੈਗਾ, ਗਲਤ ਕਰ ਦੋ। IBM 370, ਇਹ ਕਿਹਦੀਆਂ ਉਦਾਹਰਨਾਂ ਨੇ, ਇਹ ਮੇਨ ਫਰੇਮ ਕੰਪਿਊਟਰ ਦੀਆਂ ਉਦਾਹਰਨਾਂ ਨੇ। ਅੱਗੇ ਆਂਦਾ ਆਪਣੇ ਕੋਲ ਲਾਸਟ ਦੇ ਵਿੱਚ ਸੁਪਰ ਕੰਪਿਊਟਰ। ਸੁਪਰ ਕੰਪਿਊਟਰ ਕੀ ਹੁੰਦਾ, ਤੁਹਾਨੂੰ ਨਾਮ ਤੇ ਪਤਾ ਲੱਗ ਰਿਹਾ, ਫਾਸਟੈਸਟ ਹੁੰਦਾ, ਸਭ ਤੋਂ ਫਾਸਟ ਹੁੰਦਾ ਤੇ ਸਭ ਤੋਂ ਮਹਿੰਗਾ ਹੁੰਦਾ। ਪੇਪਰ 'ਚ ਆਂਦਾ ਦੁਨੀਆ ਦਾ ਪਹਿਲਾ ਜਿਹੜਾ ਸੀਗਾ ਉਹ ਕੀ ਸੀ, CDC 6600 ਆ ਸੀਗਾ ਜੀ, CDC 6600, ਠੀਕ ਹੈ। ਦੁਨੀਆ ਦਾ ਪਹਿਲਾ ਸੁਪਰ ਕੰਪਿਊਟਰ ਕੀ ਸੀ, CDC 6600। ਇਹਨੂੰ ਕਰੇ 1 ਵੀ ਕਿਹਾ ਗਿਆ, ਇਹਨੂੰ ਕਰੇ, ਇਹਦਾ ਜਿਹੜਾ ਆਓ ਸੀਗਾ ਜਿਹਨੇ ਬਣਾਇਆ ਸੀ ਉਹਦਾ ਨਾਮ ਸੀ ਸਾਈਮੁਰ ਕਰੇ, ਉਹਦੇ ਨਾਮ ਤੇ ਦਾ ਨਾਮ ਕਰੇ 1 ਵੀ ਰੱਖਿਆ ਗਿਆ, ਠੀਕ ਹੈ। ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਦਾ ਪਹਿਲਾ ਕਿਹੜਾ ਸੀ, ਪਰਮ। ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀ, ਪਰਮ। ਦੁਨੀਆ ਦਾ ਕਿਹੜਾ ਸੀ, ਕਰੇ 1।
ਤਾਂ ਸੁਪਰ ਕੰਪਿਊਟਰ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਫਲॉप्स ਦੇ ਵਿੱਚ ਮਾਪੀ ਜਾਂਦੀ ਹੈ। ਪੇਪਰ ਚ ਆਂਦਾ ਫਲॉप्स ਦੀ ਫੁੱਲ ਫਾਰਮ ਕੀ ਹੁੰਦੀ ਹੈ? ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ, ਇਹਦੇ ਵਿੱਚ ਆਪਾਂ ਸਪੀਡ ਮਾਪਦੇ ਹਾਂ ਵੀ ਉਹ ਕਿੰਨਾ ਤੇਜ਼ ਹੈ। ਠੀਕ ਹੈ। ਸੁਪਰ ਕੰਪਿਊਟਰ ਆਰ ਯੂਜ਼ਡ ਫॉर ਹਾਈਲੀ ਕੈਲਕੂਲੇਸ਼ਨ। ਹਾਈਲੀ ਕੈਲਕੂਲੇਸ਼ਨ ਦਾ ਮਤਲਬ ਕੀ ਹੈ? ਵੀ ਜਿਹਦੇ ਵਿੱਚ ਆਪਾਂ ਨੂੰ ਵੀ ਬਹੁਤ ਘੱਟ ਸਮਾਂ ਲੱਗਦਾ ਹੋਵੇ, ਜਿਹਦੇ ਵਿੱਚ ਜੇ ਆਪਾਂ ਦੇਰੀ ਕਰੇ ਤਾਂ ਕੁਛ ਨਾ ਕੁਛ ਅਨਰਥ ਹੋ ਜਾਏ। ਜਿਵੇਂ ਕਿ ਵੈਦਰ ਫੋਰਕਾਸਟਿੰਗ, ਜ਼ਿਆਦਾਤਰ ਜਿਵੇਂ ਕਿ ਸੁਨਾਮੀ ਆਉਣ ਦੇ ਅੰਦੇਸ਼ੇ ਹੋਣ, ਹੁਣ ਸੁਨਾਮੀ ਅੱਜ ਆਈ ਜਾਂ ਆਪਾਂ ਨੂੰ ਕੱਲ ਪਤਾ ਲੱਗੇ ਤਾਂ ਉਹ ਮਾੜੀ ਗੱਲ ਹੈ, ਕਿਉਂਕਿ ਉਹਦਾ ਸਭ ਕੁਝ ਹੋ ਜਾਊਗਾ। ਵੈਦਰ ਫੋਰਕਾਸਟਿੰਗ ਹੋ ਗਈ, ਕਲਾਈਮੇਟ ਰਿਸਰਚ ਹੋ ਗਈ, ਵੀ ਆਪਣਾ ਗਲੋਬਲ ਵਾਰਮਿੰਗ ਹੋ ਗਈ, ਕਿੱਥੇ ਕੀ ਚੀਜ਼ ਪਿਘਲ ਰਹੀ ਹੈ, ਬਰਫ਼ ਪਿਘਲ ਰਹੀ ਹੈ ਨਹੀਂ ਪਿਘਲ ਰਹੀ। ਮੋਲੀਕੂਲਰ ਰਿਸਰਚ, ਬਾਇਓਲੋਜੀਕਲ ਰਿਸਰਚ, ਨਿਊਕਲੀਅਰ ਰਿਸਰਚ, 에ਅਰਕ੍ਰਾਫਟ ਡਿਜ਼ਾਈਨ, ਜਿੱਥੇ ਮਤਲਬ ਬਹੁਤ ਹੀ ਜ਼ਿਆਦਾ ਆਪਣਾ ਕੀ ਹੋ ਰਿਹਾ, ਜ਼ੋਰ ਲੱਗਿਆ ਹੋਵੇ। ਜਾਂ ਡਿਫੈਂਸ ਦੇ ਵਿੱਚ ਵੀ ਆਪਾਂ ਇਹਨੂੰ ਯੂਜ਼ ਕਰ ਲੈਂਦੇ ਹਾਂ, ਡਿਫੈਂਸਿੰਗ ਦੇ ਵਿੱਚ ਵੀ ਆਪਾਂ ਯੂਜ਼ ਕਰਦੇ ਹਾਂ, ਜਿੱਥੇ ਬਹੁਤ ਹੀ ਪ੍ਰੀਸ਼ੀਅਸ ਕੰਮ ਹੋ ਰਿਹਾ ਹੋਵੇ। ਇਹ ਲਗਭਗ ਹਰੇਕ ਕੋਲ ਨਹੀਂ ਹੁੰਦਾ। ਠੀਕ ਹੈ ਜੀ। ਦੇ ਆਰ ਆਲਸੋ ਯੂਜ਼ਡ ਇਨ ਮੇਜਰ ਯੂਨੀਵਰਸਿਟੀ, ਮਿਲਟਰੀ ਏਜੰਸੀ ਤੇ ਸਾਇੰਟੀਫਿਕ ਰਿਸਰਚ ਲੈਬੋਰੇਟਰੀ ਦੇ ਵਿੱਚ ਕੰਮ ਆ ਜਾਂਦਾ। ਠੀਕ ਹੈ ਜੀ। ਜਿਵੇਂ ਕਿ IBM ਰੋਡ ਰਨਰ ਹੈ, IBM ਬਲੂ ਜੀਨ ਹੈ, ਇੰਟੈਲ ASCI ਰੈਡ ਹੈ, ਪਰਮ ਦੀ ਸੀਰੀਜ਼ ਹੈ। ਇਹ ਸਾਰੇ ਕੀ ਨੇ? ਸੁਪਰ ਕੰਪਿਊਟਰ ਨੇ। ਤੇ ਪਰਮ ਜਿਹੜਾ ਹੈ ਇੰਡੀਆ ਦੇ ਵਿੱਚ ਬਣਿਆ, ਕਿੱਥੇ ਬਣਿਆ? ਸੀਡੈਕ। ਸੀਡੈਕ ਕਿੱਥੇ ਹੈ? ਸੈਂਟਰ ਫॉर ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ। ਪੇਪਰ 'ਚ ਫੁੱਲ ਫਾਰਮ ਆਉਂਦੀ ਹੈ। ਸੀਡੈਕ ਕਿੱਥੇ ਆਈ? ਪੂਨੇ ਦੇ ਵਿੱਚ ਹੈ। ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀ ਕੀਤਾ ਸੀ? ਇਹਦਾ ਉਦਘਾਟਨ ਕੀਤਾ ਸੀ ਸੀਡੈਕ ਦੇ ਵਿੱਚ। ਠੀਕ ਹੈ ਜੀ। ਦ ਪੀਕ ਕੰਪਿਊਟਿੰਗ ਪਾਵਰ ਇਜ਼ ਪਰਮ ਪਦਮ ਇਸਟ 1 ਟੈਰਾਫਲॉप। ਜਿਹੜਾ ਪਰਮ ਆਪਣੇ ਕੋਲੇ ਇੰਡੀਆ ਦੇ ਵਿੱਚ ਬਣਿਆ ਹੋਇਆ, ਉਹਦੀ ਜਿਹੜੀ ਆਪਣੇ ਕੋਲੇ ਸਪੀਡ ਹੈ ਉਹ ਕਿੰਨੀ ਹੈ? ਟੈਰਾਫਲॉप ਦੇ ਵਿੱਚ ਹੈ। ਟੈਰਾਫਲॉप ਦੇ ਵਿੱਚ ਹੈ, 1 ਟੈਰਾਫਲॉप ਦੇ ਵਿੱਚ। ਠੀਕ ਹੈ ਜੀ। ਅੱਗੇ ਆਪਣੇ ਕੋਲੇ ਇਹ ਕਿਹਦੇ ਉੱਤੇ? ਸਾਈਜ਼ ਤੇ ਰੇਟ ਦੇ ਉੱਤੇ, ਪ੍ਰਾਈਸ ਦੇ ਉੱਤੇ। ਅੱਗੇ ਆਪਣੇ ਕੋਲ ਆਉਂਦਾ ਡਾਟਾ ਮੈਨੂਪਲੇਟਿੰਗ ਦੇ ਉੱਤੇ। ਸਭ ਤੋਂ ਪਹਿਲਾਂ ਆਪਣੇ ਕੋਲ ਡਿਜੀਟਲ ਕੰਪਿਊਟਰ। ਡਿਜੀਟਲ ਕੰਪਿਊਟਰ ਕੀ ਹੁੰਦਾ ਹੈ? ਡਾਟਾ ਇਜ਼ ਰਿਪਰੈਜ਼ੈਂਟ ਐਜ਼ ਡਿਸਕ੍ਰੀਟ ਔਰ ਡਿਜੀਟਲ ਪਲਸਿਸ। ਇਹਦਾ ਮਤਲਬ ਕੀ ਹੈ? ਜਿਹੜਾ ਡਾਟਾ ਤੁਸੀਂ ਦੇਖਿਆ ਹੋਊਗਾ ਅੱਜ ਕੱਲ੍ਹ ਜਿਹੜੀਆਂ ਘੜੀਆਂ ਲੱਗੀਆਂ ਹੁੰਦੀਆਂ ਨੇ, ਉਹਦੇ ਵਿੱਚ ਡਾਟਾ ਐ ਆਉਂਦਾ ਨਾ ਵੀ ਆਹ 0 ਬਣ ਗਿਆ, ਜਿਵੇਂ ਆਹ ਬਣ ਗਿਆ, ਆਹ ਕੀ ਬਣ ਗਿਆ, ਆਹ 8 ਬਣ ਗਿਆ। ਠੀਕ ਹੈ। ਜਾਂ 2 ਬਣ ਗਿਆ, ਜਿਹਦੇ ਵਿੱਚ ਵੀ ਆਹ ਚੀਜ਼ ਦੇਗੀ ਉਹ ਆਪਣੇ ਕੋਲੇ ਕੀ ਹੁੰਦਾ? ਡਿਜੀਟਲ ਸਿਗਨਲ। ਤੁਹਾਨੂੰ ਦੇਖਿਆ ਉਹ ਡਿਜੀਟਲ ਕਲੌਕ ਘੜੀ ਹੁੰਦੀ ਹੈ ਨਾ, ਡਿਜੀਟਲ ਘੜੀ, ਜਿਹਦੇ ਵਿੱਚ ਸਾਰਾ ਕੁਝ ਡਿਜੀਟਲ ਹੁੰਦਾ, 0 1 ਦੀ ਫਾਰਮ ਦੇ ਵਿੱਚ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ? ਡਿਜੀਟਲ ਕੰਪਿਊਟਰ। ਤਾਂ ਇਹ ਕਿਹਦੇ ਉੱਤੇ ਕੰਮ ਕਰਦਾ? ਬਾਈਨਰੀ ਉੱਤੇ, ਕਿਉਂਕਿ 0 ਤੇ 1 ਹੁੰਦੇ ਨੇ ਬਾਈਨਰੀ ਦੇ ਵਿੱਚ। ਇਹ ਮੈਂ ਕਰਵਾ ਚੁੱਕਿਆ। ਠੀਕ ਹੈ। ਜਿਵੇਂ ਕਿ ਡਿਜੀਟਲ ਕਲੌਕ ਹੁੰਦੀ ਹੈ, ਜਿਵੇਂ ਤੁਹਾਨੇ ਬੱਸ ਸਟੈਂਡ ਤੇ ਦੇਖੀ ਹੋਊਗੀ, ਬੱਸ ਸਟੈਂਡ ਦੇ ਉੱਤੇ ਲੱਗੀ ਹੁੰਦੀ ਹੈ, ਉਹ ਸਾਰੇ ਕਿਹਦੇ ਉੱਤੇ ਕੰਮ ਕਰਦੇ ਨੇ? ਡਿਜੀਟਲ ਸਿਗਨਲ ਦੇ ਉੱਤੇ ਕੰਮ ਕਰਦੇ ਨੇ। ਇਹ ਬਹੁਤ ਜ਼ਿਆਦਾ ਫਾਸਟ ਹੁੰਦਾ ਤੇ ਇਹਦੀ ਸਟੋਰੇਜ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਕਾਦੇ ਲਈ ਹੁੰਦਾ? ਬਿਜ਼ਨਸ ਤੇ ਸਾਇੰਟੀਫਿਕ ਕੰਮਾਂ ਦੇ ਲਈ ਜ਼ਿਆਦਾਤਰ ਯੂਜ਼ ਹੁੰਦਾ। ਆ ਦੇਖੋ ਤੁਹਾਨੂੰ ਮੈਂ ਦਿਖਾਵਾਂ, ਜਿਵੇਂ ਕਿ ਆ ਦੇਖੋ, ਆ ਕੀ ਹੈ? ਐਨਾਲੌਗ ਕੰਪਿਊਟਰ, ਆ ਡਿਜੀਟਲ ਕੰਪਿਊਟਰ। ਡਿਜੀਟਲ ਕੰਪਿਊਟਰ ਉਹ ਹੈ ਜੋ ਅੱਜ ਕੱਲ ਆਪਾਂ ਯੂਜ਼ ਕਰਦੇ ਹਾਂ। ਸਾਰਾ ਕੁਝ ਆਪਾਂ 0 1 ਦੀ ਫਾਰਮ 'ਚ ਯੂਜ਼ ਕਰਦੇ ਹਾਂ। ਜਿਹੜੇ ਡਿਜੀਟਲ ਵਾਚ ਹੋ ਗਈ, ਜਿੱਥੇ ਵੀ ਡਿਜੀਟਲ ਨਾਮ ਆ ਗਿਆ, ਇਹਦਾ ਮਤਲਬ ਕੀ ਹੈ? ਉਹ ਸਾਰਾ ਕੁਝ 0 1 ਦੇ ਉੱਤੇ ਕਰ ਰਿਹਾ। ਤੇ ਐਨਾਲੌਗ ਦੇ ਵਿੱਚ ਇੱਥੇ ਸਿਗਨਲ ਐਵੇਂ ਆਉਂਦੇ ਨੇ, ਜੇ ਤੁਹਾਨੂੰ ਦੇਖਿਆ ਹੁਣ ਤਾਂ ਐਵੇਂ ਕਰਕੇ ਸਿਗਨਲ ਆਉਂਦੇ ਨੇ। ਜਿੱਥੇ ਆਹ ਚੀਜ਼ ਆਉਂਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ? ਐਨਾਲੌਗ ਸਿਗਨਲ। ਜਿਵੇਂ ਕਿ ਸਪੀਡੋਮੀਟਰ ਹੈ, ਸਕੂਟਰ ਜਾਂ ਮੋਟਰਸਾਈਕਲ ਦਾ ਸਪੀਡੋਮੀਟਰ ਹੈ, ਉਹ ਸਪੀਡ ਦੇ ਨਾਲ ਚੇਂਜ ਕਰਦੇ ਨਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਐਨਾਲੌਗ ਕੰਪਿਊਟਰ। ਐਨਾਲੌਗ ਕੰਪਿਊਟਰ ਦੂਜੀ ਟਾਈਪ ਹੈ। ਇਹਦੀਆਂ 2 ਟਾਈਪ ਹੁੰਦੀਆਂ ਨੇ, ਇੱਕ ਡਿਜੀਟਲ ਕੰਪਿਊਟਰ, ਇੱਕ ਐਨਾਲੌਗ ਕੰਪਿਊਟਰ। ਤੀਜੀ ਹੁੰਦੀ ਹੈ ਇੱਕ ਹਾਈਬ੍ਰਿਡ ਕੰਪਿਊਟਰ, ਹਾਈਬ੍ਰਿਡ ਕੰਪਿਊਟਰ। ਠੀਕ ਹੈ। ਸੋ ਡਾਟਾ ਇਜ਼ ਰਿਪਰੈਜ਼ੈਂਟ ਐਜ਼ ਫਿਜ਼ੀਕਲ ਕੁਆਂਟੀਟੀ। ਡਾਟਾ ਫਿਜ਼ੀਕਲ ਕੁਆਂਟੀਟੀ, ਜਿਵੇਂ ਕਿ ਹੁਣ ਮੈਂ ਭਾਰ ਮਾਪਦਾ, ਭਾਰ ਮਾਪਣ ਵਾਲੀ ਮਸ਼ੀਨ ਕੀ ਹੋ ਗਈ ਆਪਣੇ ਕੋਲੇ? ਤੁਹਾਨੇ ਪਹਿਲਾਂ ਦੇ ਟਾਈਮ 'ਚ ਦੇਖਿਆ, ਜਿਹੜੀ ਭਾਰ ਮਾਪਣ ਵਾਲੀ ਮਸ਼ੀਨ ਹੁੰਦੀ ਸੀ, ਉਹ ਸੂਈ ਦੇ ਨਾਲ ਹੀ ਦੱਸਦੀ ਸੀ ਵੀ ਤੁਹਾਡਾ ਭਾਰ ਕਿੰਨਾ ਹੈ। ਅੱਜ ਕੱਲ ਉਹ ਵੀ ਕੀ ਆ ਗਈ? ਡਿਜੀਟਲ ਆ ਗਈ। ਅੱਜ ਕੱਲ ਕੀ ਆ ਗਈ? ਡਿਜੀਟਲ ਆ ਗਈ, ਪਰ ਉਹਨੂੰ ਕੀ ਕਹਿੰਦੇ ਆਪਾਂ? ਹਾਈਬ੍ਰਿਡ। ਮੇਰੀ ਗੱਲ ਧਿਆਨ ਨਾਲ ਸਮਝੋ, ਜਿਹਦੇ ਵਿੱਚ ਇਨਪੁਟ ਉਹ ਡਿਜੀਟਲ ਹੀ ਲੈ ਰਿਹਾ, ਜਿਹਦੇ ਵਿੱਚ ਇਨਪੁਟ ਡਿਜੀਟਲ ਲੈ ਰਿਹਾ, ਉਹ ਆਪਣੇ ਕੋਲ ਡਿਜੀਟਲ ਹੋ ਗਿਆ, ਤੇ ਆਊਟਪੁੱਟ ਵੀ ਉਹ ਡਿਜੀਟਲ ਹੀ ਦਿਖਾਊਗਾ। ਜਿਵੇਂ ਕਿ ਮੰਨ ਕੇ ਚਲੋ, ਜਿਹੜੀ ਤੁਹਾਡੀ ਘੜੀ ਹੈ, ਘੜੀ ਦੇ ਵਿੱਚ ਜੇ ਤੁਹਾਡੇ 2 ਐ ਵੱਜ ਰਹੇ ਨੇ ਐ ਕਰਕੇ, ਤਾਂ ਇਹ ਕੀ ਹੈ? ਡਿਜੀਟਲ ਹੈ। ਜੇ ਤੁਹਾਡੇ ਕੋਲੇ 2 ਐ ਵੱਜ ਰਹੇ ਨੇ, ਠੀਕ ਹੈ, ਫਿਰ ਇਹ ਕੀ ਹੈ? ਐਨਾਲੌਗ ਹੈ। ਸਮਝ ਗਏ ਜੀ। ਹੁਣ ਐਨਾਲੌਗ ਕੰਪਿਊਟਰ, ਇਹਦੇ ਵਿੱਚ ਫਿਜ਼ੀਕਲ ਕੁਆਂਟੀਟੀਜ਼ ਹੁੰਦੀਆਂ ਨੇ। ਜਿਵੇਂ ਭਾਰ ਮਾਪਣ ਲਈ ਪਹਿਲਾਂ ਆਪਾਂ ਜਿਹੜਾ ਆਹ ਕੰਡੇ ਦਾ ਯੂਜ਼ ਕਰਦੇ, ਜਿੱਥੇ ਸੂਈਆਂ ਹੁੰਦੀਆਂ ਸੀ, ਉਹ ਆਪਣੇ ਕੋਲ ਫਿਜ਼ੀਕਲ ਕੁਆਂਟੀਟੀ ਹੋ ਗਈ। ਸਪੀਡੋਮੀਟਰ ਹੋ ਗਿਆ, ਜਿਹਨੂੰ ਓਡੋਮੀਟਰ ਵੀ ਕਹਿੰਦੇ ਨੇ, ਸਪੀਡ ਮਾਪਣ ਵਾਲਾ, ਉਹ ਵੀ ਕੀ ਹੋ ਗਈ? ਫਿਜ਼ੀਕਲ ਕੁਆਂਟੀਟੀ। ਡਾਟਾ ਇਜ਼ ਆਲਵੇਜ਼ ਚੇਂਜੇਬਲ। ਚੇਂਜੇਬਲ ਦਾ ਮਤਲਬ ਕੀ ਹੈ? ਜਦੋਂ ਤੁਹਾਨੂੰ ਦੇਖਿਆ ਹੋਊਗਾ, ਇਹ ਥੋੜੀ ਥੋੜੀ ਸੂਈ ਹਿਲਦੀ ਰਹਿੰਦੀ ਹੈ, ਭਾਰ ਘੱਟ ਵੱਧ ਗਿਆ, ਸਪੀਡ ਵੱਧ ਘੱਟ ਗਈ, ਤਾਂ ਇਹ ਹਿਲਦੀ ਰਹਿੰਦੀ ਹੈ। ਠੀਕ ਹੈ। ਇਹਦੀ ਸਪੀਡ ਬਹੁਤ ਜ਼ਿਆਦਾ ਸਲੋ ਹੁੰਦੀ ਹੈ ਐਨਾਲੌਗ ਕੰਪਿਊਟਰ ਦੀ। ਵੋਲਟਮੀਟਰ ਹੋ ਗਿਆ, ਬੈਰੋਮੀਟਰ। ਬੈਰੋਮੀਟਰ ਕੀ ਕਰਦਾ ਜੀ? 에ਅਰ ਪ੍ਰੈਸ਼ਰ ਮਾਪਦਾ ਹੈ। 에ਅਰ ਪ੍ਰੈਸ਼ਰ ਮਾਪਦਾ ਨੂੰ ਆਪਾਂ ਬੈਰੋਮੀਟਰ ਕਹਿੰਦੇ ਆ। ਤਾਂ ਵੋਲਟਮੀਟਰ ਤੇ ਬੈਰੋਮੀਟਰ ਇਹਦੀਆਂ ਕਿੰਨੇ ਉਦਾਹਰਨਾਂ ਨੇ? ਇੰਜੀਨੀਅਰਿੰਗ ਪਰਪਸ ਦੇ ਲਈ ਇਹ ਕੀ ਹੁੰਦਾ? ਜ਼ਿਆਦਾਤਰ ਯੂਜ਼ ਹੁੰਦਾ। ਤੁਹਾਨੂੰ ਮੈंने ਹੁਣੀ ਦਿਖਾਇਆ ਕਿ ਜਿਹੜੀ ਆਹ ਵਾਲੀ ਸਿਗਨਲ ਆਉਂਦੇ ਨੇ, ਉਹ ਸਾਰੇ ਕਿਹਦੇ ਹੁੰਦੇ ਨੇ? ਐਨਾਲੌਗ ਕੰਪਿਊਟਰ ਦੇ ਹੁੰਦੇ ਨੇ। ਉਸ ਤੋਂ ਬਾਅਦ ਹਾਈਬ੍ਰਿਡ ਕੰਪਿਊਟਰ ਕੀ ਹੁੰਦਾ? ਜਿਹੜਾ ਐਨਾਲੌਗ ਤੇ ਡਿਜੀਟਲ ਦਾ ਮਿਕਸ ਹੁੰਦਾ। ਦੇਖੋ ਜਿਵੇਂ 7A ਹੈ, ਇਹ ਕੀ ਹੈ? ਇੱਕ ਡਿਜੀਟਲ ਸਿਗਨਲ ਹੈ, ਪਰ ਆਹ ਕੀ ਹੈ? ਇੱਕ ਐਨਾਲੌਗ ਸਿਗਨਲ। ਤਾਂ ਐਨਾਲੌਗ ਤੇ ਡਿਜੀਟਲ ਦਾ ਕੰਬੀਨੇਸ਼ਨ ਕੀ ਕਹਿਲਾਉਂਦਾ? ਹਾਈਬ੍ਰਿਡ ਕਹਿਲਾਉਂਦਾ। ਕੰਬੀਨੇਸ਼ਨ ਫੀਚਰ ਆਫ ਐਨਾਲੌਗ ਤੇ ਡਿਜੀਟਲ ਕੰਪਿਊਟਰ। ਇਹਦੇ ਵਿੱਚ ਕੀ ਹੁੰਦਾ? ਐਨਾਲੌਗ ਟੂ ਡਿਜੀਟਲ ਕਨਵਰਟਰ ਵੀ ਹੁੰਦਾ ਤੇ ਡਿਜੀਟਲ ਟੂ ਐਨਾਲੌਗ ਕਨਵਰਟਰ ਵੀ ਹੁੰਦਾ। ਇਹਨੂੰ A to D
ADC ਤੇ DAC ਆ ਦੋ ਨਾਮ ਹੁੰਦੇ ਨੇ, ਡਿਜੀਟਲ ਟੂ ਐਨਾਲੌਗ ਤੇ ਐਨਾਲੌਗ ਟੂ ਡਿਜੀਟਲ ਕਨਵਰਟਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਜ਼ਰੂਰੀ ਹੁੰਦਾ ਹੈ, ਕਿਉਂਕਿ ਬਾਹਰਲਾ ਸਾਰਾ ਵਰਲਡ ਆਪਣਾ ਕੀ ਹੈ, ਐਨਾਲੌਗ ਹੈ, ਤੇ ਕੰਪਿਊਟਰ ਕਿਹਦੇ ਵਿੱਚ ਕੰਮ ਕਰਦਾ ਹੈ, ਡਿਜੀਟਲੀ ਕੰਮ ਕਰਦਾ, ਤਾਂ ਕਰਕੇ ਇਹਦੇ ਵਿੱਚ ਡਿਜੀਟਲ ਟੂ ਐਨਾਲੌਗ ਤੇ ਵਾਈਸ ਵਰਸਾ ਦਾ ਮਤਲਬ ਐਨਾਲੌਗ ਟੂ ਡਿਜੀਟਲ ਦੋਨੇ ਤਰੀਕੇ ਨਾਲ ਕੰਮ ਹੁੰਦੇ ਨੇ। ਮੈਡੀਕਲ ਇਕਵਿਪਮੈਂਟ ਜਿਹੜੇ ਵੀ ਹੁੰਦੇ ਨੇ ਉਹਦੇ ਵਿੱਚ ਜ਼ਿਆਦਾਤਰ ਕੀ ਵਰਤਿਆ ਜਾਂਦਾ ਆਪਣੇ ਕੋਲੇ, ਹਾਈਬ੍ਰਿਡ ਕੰਪਿਊਟਰ ਹੀ ਵਰਤਿਆ ਜਾਂਦਾ। ਲਾਸਟ ਤੇ ਆਪਣੇ ਕੋਲ ਆਉਂਦਾ ਪਰਪਸ ਦੇ ਬੇਸ ਤੇ, ਪਹਿਲਾਂ ਆਪਾਂ ਨੇ ਕੀਤਾ ਸਾਈਜ਼ ਤੇ ਪ੍ਰਾਈਸ ਦੇ ਬੇਸ ਤੇ, ਦੂਜਾ ਆਪਾਂ ਨੇ ਕਾਹਦੇ ਉੱਤੇ ਕੀਤਾ, ਦੂਜਾ ਆਪਾਂ ਨੇ ਕਿਹਦੇ ਉੱਤੇ ਕੀਤਾ ਸੀਗਾ ਕਿ ਆਪਣੇ ਕੋਲੇ ਸਿਗਨਲ ਦੇ ਬੇਸ ਤੇ ਵੀ ਉਹ ਕਿਸ ਪ੍ਰਕਾਰ ਦਾ ਸਿਗਨਲ ਲੈਂਦਾ, ਠੀਕ ਹੈ। ਤੀਜਾ ਆਪਾਂ ਕਿਹਦੇ ਉੱਤੇ ਕਰਾਂਗੇ, ਪਰਪਸ ਦੇ, ਉਹਦਾ ਕੰਮ ਕੀ ਹੈ। ਇੱਕ ਹੁੰਦਾ ਸਪੈਸ਼ਲ ਪਰਪਸ, ਇੱਕ ਹੁੰਦਾ ਜਨਰਲ ਪਰਪਸ। ਸਪੈਸ਼ਲ ਪਰਪਸ ਨੂੰ ਆਪਾਂ ਸਪੈਸਿਫਿਕ ਪਰਪਸ ਵੀ ਕਹਿੰਦੇ ਆ, ਜੋ ਸਿਰਫ ਇੱਕ ਚੀਜ਼ ਲਈ ਹੀ ਤਿਆਰ ਕੀਤਾ ਗਿਆ ਹੋਵੇ, ਜਿਵੇਂ ਕਿ ਆਟੋਮੈਟਿਕ 에ਅਰਕ੍ਰਾਫਟ ਲੈਂਡਿੰਗ, ਉਹਦਾ ਕੰਮ ਕੀ ਹੈ, ਸਿਰਫ 에ਅਰਕ੍ਰਾਫਟ ਨੂੰ ਲੈਂਡ ਕਰਾਉਣਾ, ਠੀਕ ਹੈ। ਜਾਂ ਟ੍ਰੈਫਿਕ ਕੰਟਰੋਲ ਸਿਗਨਲ, ਜਦੋਂ ਆਪਾਂ ਰੈੱਡ ਲਾਈਟਸ ਦੇਖਦੇ ਹਾਂ, ਗ੍ਰੀਨ ਲਾਈਟ ਦੇਖਦੇ ਹਾਂ, ਉਹ ਸਾਰਾ ਕਿਹਦੇ ਉੱਤੇ ਬਣਿਆ ਹੁੰਦਾ, ਕੀ ਹੁੰਦਾ, ਉਹ ਸਪੈਸ਼ਲ ਪਰਪਸ, ਉਹਨੇ ਹੋਰ ਕੁਝ ਨਹੀਂ ਕਰਨਾ, ਸਿਰਫ ਇੰਨਾ ਹੀ ਕੰਮ ਕਰਨਾ ਹੈ। ਪਰ ਜਨਰਲ ਪਰਪਸ ਕੰਪਿਊਟਰ ਕਿਹੜੇ ਹੁੰਦੇ ਨੇ, ਜਿਹੜੇ ਬਹੁਤ ਸਾਰੇ ਕੰਮ ਕਰਦੇ ਨੇ, ਸੋਲਵ ਵੈਰਾਈਟੀ ਆਫ ਪ੍ਰੋਬਲਮ, ਜਿਵੇਂ ਕਿ ਇਹ ਫਲੈਕਸੀਬਲ ਤੇ ਵਰਸੇਟਾਈਲ ਹੁੰਦੇ ਨੇ, ਇੱਕ ਤੋਂ ਜ਼ਿਆਦਾ ਕੰਮ ਕਰਦੇ ਨੇ, ਠੀਕ ਹੈ ਜੀ। ਜਿਵੇਂ ਕਿ ਅਕਾਊਂਟਿੰਗ, ਜਿਹੜਾ ਬੰਦਾ ਅਕਾਊਂਟਿੰਗ ਕਰਦਾ ਉਹ ਨਾਲ ਨਾਲ ਗਾਣੇ ਵੀ ਸੁਣ ਸਕਦਾ, ਆਪਣੇ ਜਿਹੜੇ ਵੀ ਆਪ ਕੰਪਿਊਟਰ ਯੂਜ਼ ਕਰ ਰਿਹਾ, ਮੈਂ ਉਹਨਾਂ ਦੇ PPT ਵੀ ਬਣਾ ਰਿਹਾ, ਗਾਣੇ ਵੀ ਸੁਣੂਗਾ, YouTube ਵੀ ਖੋਲੂਗਾ, PDF ਵੀ ਬਣਾਊਗਾ, ਸਾਰਾ ਕੁਝ ਕਰੂੰਗਾ। ਜਿਹੜੇ ਫੋਰਕਾਸਟਿੰਗ ਵਾਲੇ ਨੇ ਉਹ ਵੀ ਇੱਕ ਤੋਂ ਵੱਧ ਕੰਮ ਕਰਦੇ ਨੇ। ਵੈਦਰ ਫੋਰਕਾਸਟਿੰਗ ਵਾਲੇ ਕੀ ਕਰਦੇ ਨੇ, ਮੌਸਮ ਦਾ ਅਨੁਮਾਨ ਲਗਾਉਣਾ, ਠੀਕ ਹੈ, ਉਹਨੂੰ ਅੱਗੇ ਫਾਰਵਰਡ ਕਰਨਾ, ਜਾਂ ਪੰਜ ਚਾਰ ਕੰਮ ਜਦੋਂ ਇੱਕ ਤੋਂ ਵੱਧ ਕੰਮ ਕਰਨ ਲੱਗ ਜਾਏ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਜਨਰਲ ਪਰਪਸ ਕੰਪਿਊਟਰ। ਜ਼ਿਆਦਾਤਰ ਜਿਹੜੇ PC ਹੁੰਦੇ ਨੇ, ਡੈਸਕਟਾਪ ਹੁੰਦੇ ਨੇ, ਇਹ ਸਾਰੇ ਕੀ ਹੁੰਦੇ ਨੇ, ਜਨਰਲ ਪਰਪਸ ਕੰਪਿਊਟਰ ਹੁੰਦੇ ਨੇ, ਠੀਕ ਹੈ ਜੀ। ਸੋ ਮੈਂ ਉਮੀਦ ਕਰਦਾ ਕਿ ਇਹ 4 ਲੈਕਚਰ ਸੀ ਤੁਹਾਨੂੰ ਪਸੰਦ ਆਏ ਹੋਣਗੇ। ਮੈਂ ਲਗਭਗ 7 ਤੋਂ 8 ਲੈਕਚਰ ਇਹਦੇ ਵਿੱਚ ਲੈ ਕੇ ਆਉਂਗਾ, ਜਿਹਦੇ ਵਿੱਚ ਪਟਵਾਰੀ ਦਾ ਸਾਰਾ ਸਿਲੇਬਸ ਕਵਰ ਹੋਊਗਾ। ਇੱਥੇ ਆਪਣੀ ਜੋ ਇੰਟਰੋਡਕਸ਼ਨ ਹੈ ਉਹ ਸਾਰੀ ਖਤਮ ਹੋ ਚੁੱਕੀ, ਹੁਣ ਆਪਾਂ ਕਰਾਂਗੇ ਇਨਪੁਟ ਤੇ ਆਊਟਪੁੱਟ ਡਿਵਾਈਸਿਸ ਕਰਾਂਗੇ। ਉਹ ਤੋਂ ਬਾਅਦ ਆਪਾਂ MS ਆਫਿਸ ਦੇ ਉੱਤੇ ਜਾਵਾਂਗੇ, ਫਿਰ ਇੰਟਰਨੈਟ ਕਰਾਂਗੇ, ਫਿਰ ਨੈਟਵਰਕ ਕਰਾਂਗੇ। 14 ਤਰੀਕ ਨੂੰ ਪਟਵਾਰੀ ਦਾ ਪੇਪਰ ਹੈ। ਮੈਂ ਉਮੀਦ ਕਰੂੰਗਾ ਕਿ ਅੱਜ 3 ਤਰੀਕ ਹੋ ਗਈ, 10 ਤਰੀਕ ਤੱਕ ਤੁਹਾਡਾ ਸਾਰੇ ਦਾ ਸਾਰਾ ਕੀ ਹੋ ਜਾਏ, ਕੰਪਲੀਟ ਹੋ ਜਾਏ। ਫਿਰ ਇੱਕ ਦਿਨ ਆਪਾਂ MCQ ਲਗਾਈਏ। ਮੈਂ ਆਪਣੇ ਵੱਲੋਂ ਸਪੀਡ ਖਿੱਚ ਰੱਖੀ ਹੈ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਥੈਂਕ ਯੂ ਵੈਰੀ ਮਚ।